ਗੁੱਡ ਮੋਰਨਿੰਗ ਦੋਸਤੋ। ਜਿਵੇਂ ਕਿ ਤੁਹਾਨੂੰ ਟਾਈਟਲ ਤੋਂ ਪਤਾ ਚੱਲ ਹੀ ਗਿਆ ਹੋਣਾ, ਅਸੀਂ ਕਰੰਟ ਅਫੇਅਰ ਦੀ ਸੀਰੀਜ਼ ਸਟਾਰਟ ਕਰ ਰਹੇ ਹਾਂ। 1 ਤੋਂ 15 ਜਨਵਰੀ ਤੱਕ ਦੇ ਅਸੀਂ ਸਭ ਤੋਂ ਪਹਿਲੀ ਸੀਰੀਜ਼ ਦਾ ਸਾਡਾ ਪਾਰਟ ਹੈਗਾ ਏ। ਸੋ ਬੇਸਿਕਲੀ ਮੈਂ ਇੱਕ ਯੂਟਿਊਬ 'ਤੇ ਗੱਲ ਅਬਜ਼ਰਵ ਕੀਤੀ ਹੈਗੀ ਹੈ ਕਿ ਪੰਜਾਬ ਦੇ ਸਟੂਡੈਂਟਸ ਲਈ ਫੈਸਿਲਿਟੀਜ਼ ਬਹੁਤ ਘੱਟ ਨੇ, ਬਹੁਤ ਹੀ ਘੱਟ ਯੂਟਿਊਬ ਚੈਨਲ ਨੇ ਜੋ ਵਧੀਆ ਕੰਟੈਂਟ ਦੇ ਸਕਣ। ਸੋ ਸਾਡੇ ਪੇਪਰ ਅੱਗੇ ਸੀਰੀਜ਼ ਵਾਈਜ਼ ਲੱਗੇ ਹੋਏ ਨੇ, ਹਰ ਇੱਕ ਪੇਪਰ ਦੇ ਲਈ ਕਰੰਟ ਅਫੇਅਰ ਬਹੁਤ ਜ਼ਰੂਰੀ ਹੈ। ਅਸੀਂ ਕੰਪਾਈਲੇਸ਼ਨ ਕਰਾਂਗੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਜੋ ਕਰੰਟ ਅਫੇਅਰ ਸਾਡਾ ਹੈਗਾ ਹੈ, ਅਸੀਂ ਉਹਨਾਂ ਦੇ ਲੈਕਚਰ ਸੀਰੀਜ਼ ਤਿਆਰ ਕਰ ਰਹੇ ਹਾਂ। ਸਭ ਤੋਂ ਪਹਿਲਾ ਪੇਪਰ ਜਿਵੇਂ ਕਿ ਨੈਬ ਤਹਿਸੀਲਦਾਰ ਦਾ ਪੇਪਰ ਹੈ, ਇਹਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਹੈਲਪਫੁਲ ਰਹੇਗਾ ਕੰਟੈਂਟ। ਸੋ ਅੱਜ ਦੇਖਦੇ ਹਾਂ ਅੱਜ ਸਾਡਾ ਪਹਿਲੀ ਜੋ ਕਰੰਟ ਅਫੇਅਰ ਦੇ ਵਿੱਚ ਕੀ ਕੁਝ ਹੈ। ਸਭ ਤੋਂ ਪਹਿਲਾਂ ਅਸੀਂ ਇੰਪੋਰਟੈਂਟ ਡੇਜ਼ ਦੇ ਬਾਰੇ ਗੱਲ ਕਰਾਂਗੇ। ਪਹਿਲੀ ਹੈਗੀ ਹੈ ਦੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਔਰਗਨਾਈਜੇਸ਼ਨ, DRDO। ਬੇਸਿਕਲੀ ਇਹ ਇੰਗਲਿਸ਼ ਔਰ ਪੰਜਾਬੀ ਦੋਨਾਂ ਲੈਂਗੁਏਜ ਵਿੱਚ ਹੋਏਗਾ ਅਤੇ ਇਹਦੇ ਵਿੱਚ ਮੈਂ ਹਰ ਇੱਕ ਬੇਸਿਕ ਤੋਂ ਬੇਸਿਕ ਗੱਲ ਸਮਝਾਵਾਂਗੀ ਤੁਹਾਨੂੰ। ਜਿਵੇਂ ਕਿ DRDO ਇੱਕ ਔਰਗਨਾਈਜੇਸ਼ਨ ਹੈ, ਇਹਦੀ ਫੁੱਲ ਫੋਰਮ ਤੁਹਾਨੂੰ ਆ ਸਕਦੀ ਹੈ, ਤੁਸੀਂ ਫੁੱਲ ਫੋਰਮ ਯਾਦ ਰੱਖਣੀ ਹੈ। ਦੈਟ ਇਜ਼ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਔਰਗਨਾਈਜੇਸ਼ਨ ਹੈਜ਼ ਅਬਜ਼ਰਵ ਦੀ 64th ਫਾਊਂਡੇਸ਼ਨ ਡੇ ਆਫ ਇਟਸ ਇਸਟੈਬਲਿਸ਼ਮੈਂਟ। ਜਦੋਂ 1 ਜਨਵਰੀ ਨਵਾਂ ਸਾਲ ਚੜ੍ਹਦਾ, ਨਵੇਂ ਸਾਲ ਵਾਲੇ ਦਿਨ ਕਿਹਦੀ ਫਾਊਂਡੇਸ਼ਨ ਡੇ ਹੈਗੀ ਹੈ? DRDO ਦੀ। ਕਿੰਨਵੀਂ ਸੀ ਇਸ ਵਾਰ? 64ਵੀਂ ਨੰਬਰ ਸੀ, 2022 ਦਾ ਕਰੰਟ ਅਫੇਅਰ ਹੈਗਾ ਏ। ਸੋ ਹੋਪਫੁਲੀ ਤੁਹਾਨੂੰ ਇਹ ਪਹਿਲੀ ਨਿਊਜ਼ ਯਾਦ ਹੋ ਗਈ ਹੋਏਗੀ। ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ। 1 ਜਨਵਰੀ ਦੀ ਗੱਲ ਹੈ ਜਿਹਦੇ ਵਿੱਚ DRDO ਦਾ ਫਾਊਂਡੇਸ਼ਨ ਸਟੋਨ ਰੱਖਿਆ ਗਿਆ। ਕਿੰਨਵਾਂ ਮਨਾ ਰਹੇ ਹਾਂ ਅਸੀਂ? 64ਵਾਂ ਮਨਾ ਰਹੇ ਹਾਂ। ਨੈਕਸਟ, DRDO ਵਾਸ ਇਸਟੈਬਲਿਸ਼ ਇਨ 1958। ਬਹੁਤ ਵਾਰ ਕੁਐਸਚਨ ਪੁੱਛ ਲਿਆ ਗਿਆ ਹੈ ਕਿ ਕਦੋਂ ਦੀ ਇਸਟੈਬਲਿਸ਼ਮੈਂਟ ਫਸਟ ਟਾਈਮ ਕੀਤੀ ਗਈ ਹੈ? 1958 ਦੇ ਵਿੱਚ। ਵਿਦ ਜਸਟ 10 ਲੈਬੋਰਟਰੀਜ਼ ਟੂ ਇਨਹੈਂਸ ਦੀ ਰਿਸਰਚ ਵਰਕ ਇਨ ਡਿਫੈਂਸ ਸੈਕਟਰ। ਸਭ ਤੋਂ ਪਹਿਲਾਂ ਸ਼ੁਰੂ ਵਿੱਚ 10 ਲੈਬੋਰਟਰੀਜ਼ ਹੁੰਦੀਆਂ ਸੀ ਇਹਦੇ ਵਿੱਚ, ਹੁਣ ਤਾਂ ਬਹੁਤ ਜ਼ਿਆਦਾ ਵਿਕਾਸ ਹੋ ਚੁੱਕਿਆ ਹੈ। ਅਗਲਾ ਹੈ ਐਟ ਦੈਟ ਟਾਈਮ ਇਟ ਵਾਸ ਟਾਸਕਡ ਵਿਦ ਡਿਜ਼ਾਈਨਿੰਗ ਐਂਡ ਡਿਵੈਲਪਿੰਗ ਕਟਿੰਗ ਐਜ ਡਿਫੈਂਸ ਟੈਕਨੋਲੋਜੀ ਫॉर ਦੀ ਇੰਡੀਅਨ ਆਰਮ ਫੋਰਸਿਸ। ਇੱਕ ਬੇਸਿਕ ਨੌਲੇਜ, ਐਕਸਟਰਾ ਨੌਲੇਜ ਦਿੱਤੀ ਗਈ ਹੈਗੀ ਹੈ, ਤੁਸੀਂ ਯਾਦ ਰੱਖ ਵੀ ਸਕਦੇ ਹੋ। ਅਗਲਾ ਹੈਗਾ ਵਰਲਡ ਬਰੇਲੀ ਡੇ ਇਜ਼ ਅਬਜ਼ਰਵਡ ਗਲੋਬਲੀ ਐਵਰੀ ਈਅਰ ਔਨ 4th ਜਨਵਰੀ। 4 ਜਨਵਰੀ ਨੂੰ ਵਰਲਡ ਬਰੇਲੀ ਡੇ ਮਨਾਇਆ ਜਾਂਦਾ। ਬਰੇਲੀ ਤੋਂ ਤੁਸੀਂ ਕੁਛ ਯਾਦ ਆ ਹੀ ਗਿਆ ਹੋਣਾ, ਜਿੱਦਾਂ ਕਿ ਜਿਹੜੇ ਕਿ ਨੇਤਰਹੀਨ ਹੈਗੇ ਆ ਸਾਡੇ ਵਿਦਿਆਰਥੀ, ਜਿਹੜੇ ਪੜ੍ਹਨਾ ਚਾਹੁੰਦੇ ਹਨ ਪਰ ਪੜ੍ਹ ਨਹੀਂ ਸਕਦੇ, ਉਹਨਾਂ ਲਈ ਖਾਸ ਲਿਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਸ ਨੂੰ ਬਰੇਲੀ ਲਿਪੀ ਕਿਹਾ ਜਾਂਦਾ ਹੈ। ਵਰਲਡ ਬਰੇਲੀ ਡੇ 'ਚ ਕਦੋਂ ਮਨਾਇਆ ਜਾਂਦਾ ਹੈ? 4 ਜਨਵਰੀ ਨੂੰ ਮਨਾਇਆ ਜਾਂਦਾ ਹੈ। ਦੀ ਡੇ ਏਮਸ ਟੂ ਰਿਕੋਗਨਾਈਜ਼ ਦੀ ਰਾਈਟ ਆਫ ਅਸੈਸ ਟੂ ਬਰੇਲੀ ਬਾਈ ਬਲਾਈਂਡ ਪੀਪਲ ਐਂਡ ਰੇਜ਼ ਅਵੇਅਰਨੈਸ ਆਫ ਦੀ ਇੰਪੋਰਟੈਂਸ ਆਫ ਬਰੇਲੀ ਐਜ਼ ਮੀਨਸ ਆਫ ਕਮਿਊਨੀਕੇਸ਼ਨ ਇਨ ਦੀ ਫੁੱਲ ਰਿਅਲਾਈਜੇਸ਼ਨ ਆਫ ਦੀ ਹਿਊਮਨ ਰਾਈਟਸ ਫॉर ਬਲਾਈਂਡ ਐਂਡ ਪਾਰਸ਼ੀਅਲੀ ਸਾਈਟਡ ਪਰ ਪੀਪਲ। ਬੇਸਿਕਲੀ ਮੈਂ ਤੁਹਾਨੂੰ ਸਮਝਾਈ ਦਿੱਤਾ ਬਰੇਲੀ ਡੇ ਮਤਲਬ ਕੀ ਹੈਗਾ ਕਿ ਉਹ ਜਿਹੜੇ ਨੇਤਰਹੀਨ ਜੋ ਵਿਦਿਆਰਥੀ ਜੋ ਪੜ੍ਹਨਾ ਚਾਹੁੰਦੇ ਹਨ, ਉਹਨਾਂ ਲਈ ਖਾਸ ਲਿਪੀ ਦਾ ਜੋ ਪ੍ਰਯੋਗ ਕੀਤਾ ਜਾਂਦਾ ਉਸਨੂੰ ਬਰੇਲੀ ਲਿਪੀ ਕਹਿੰਦੇ ਹਨ। ਕਦੋਂ ਮਨਾਇਆ ਜਾਂਦਾ ਹੈ? 4 ਜਨਵਰੀ ਨੂੰ। ਅਸੀਂ ਹਜੇ ਤੱਕ 2 ਹੀ ਡੇ ਪੜ੍ਹੇ ਹਨ। ਪਹਿਲਾ 1 ਜਨਵਰੀ DRDO ਦਾ ਫਾਊਂਡੇਸ਼ਨ ਡੇ 64th ਦਾ, ਐਂਡ ਸੈਕਿੰਡ ਹੈਗਾ ਬਰੇਲੀ ਡੇ ਪੜ੍ਹਿਆ ਹੈਗਾ 4 ਜਨਵਰੀ। ਅਗਲਾ ਹੈਗਾ ਹੈ ਵਰਲਡ ਡੇ ਆਫ ਵਾਰ ਔਰਫਨਸ ਇਜ਼ ਅਬਜ਼ਰਵਡ ਐਵਰੀ ਈਅਰ ਔਨ ਵਿਚ ਡੇ ਟੂ ਕ੍ਰੀਏਟ ਅਵੇਅਰਨੈਸ ਅਬਾਊਟ ਦੀ ਪਲਾਈਟ ਆਫ ਚਿਲਡਰਨਸ ਹੂ ਹੈਵ ਲੋਸਟ ਦੇਅਰ ਪੇਰੈਂਟਸ ਡਿਊ ਟੂ ਕਨਫਲਿਕਟ। ਕੋਵਿਡ ਦਾ ਕਨਫਲਿਕਟ ਹੈਗਾ। ਕਹਿੰਦੇ ਕਿ ਉਹ ਜਿੱਦਾਂ ਕਿ ਕੋਵਿਡ ਦੀ ਸਿਚੁਏਸ਼ਨ ਆਈ ਸੀ ਸਾਡੇ ਪਿਛਲੇ ਸਾਲ, ਜਿਹਦੇ ਵਿੱਚ ਕਈ ਸਾਰੇ ਬੱਚੇ ਸਨ ਜਿਨ੍ਹਾਂ ਨੇ ਪੇਰੈਂਟਸ ਆਪਣੇ ਨੂੰ ਗਵਾ ਦਿੱਤਾ ਹੈਗਾ, ਉਹਨਾਂ ਦੇ ਲਈ ਕੁਛ ਸਰਕਾਰ ਦਾ ਇੱਕ ਇਨੀਸ਼ੀਏਟਿਵ ਹੈਗਾ ਜਿਸ ਨੂੰ ਵਰਲਡ ਡੇ ਆਫ ਵਾਰ ਔਰਫਨਸ ਕਿਹਾ ਜਾਂਦਾ ਹੈ, ਔਰ ਡੈਡੀਕੇਟ ਕੀਤਾ ਗਿਆ ਹੈਗਾ, ਜਿਹਦੇ ਵਿੱਚ ਅਵੇਅਰਨੈਸ ਦਿੱਤੀ ਜਾਏਗੀ ਕਿ ਅਸੀਂ ਉਹਨਾਂ ਬੱਚਿਆਂ ਦਾ ਕਿਵੇਂ ਖਿਆਲ ਰੱਖਣਾ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਲੋਸ ਕਰ ਦਿੱਤਾ ਹੈ। ਕਦੋਂ ਮਨਾਇਆ ਜਾਂਦਾ? 6 ਜਨਵਰੀ ਨੂੰ। ਸੀਰੀਜ਼ ਵਾਈਜ਼ ਯਾਦ ਰੱਖ ਲਓ, ਇੱਕ 1 ਜਨਵਰੀ ਦੀ ਯਾਦ ਕੀਤੀ ਹੈਗੀ ਹੈ ਅਸੀਂ, ਇੱਕ 4th ਜਨਵਰੀ, ਐਂਡ ਦੈਨ ਹੁਣ 6 ਜਨਵਰੀ ਦੀ ਗੱਲ ਕੀਤੀ ਹੈ। ਵਰਲਡ ਵਾਰ ਔਰਫਨਸ ਡੇ ਮਨਾਇਆ ਜਾਂਦਾ ਹੈਗਾ। ਇਨ ਐਨੀ ਕਨਫਲਿਕਟ ਚਿਲਡਰਨਸ ਆਰ ਵਨ ਆਫ ਦੀ ਮੋਸਟ ਡਿਸਐਡਵਾਂਟੇਜ ਐਂਡ ਵਲਨਰੇਬਲ ਗਰੁੱਪ ਪ੍ਰੈਜ਼ੈਂਟ। ਕੋਈ ਵੀ ਸਾਡੀ ਬਿਮਾਰੀ ਜਾਂ ਫਿਰ ਕੋਈ ਵੀ ਕਨਫਲਿਕਟ ਆਉਂਦਾ ਤਾਂ ਚਿਲਡਰਨ ਸਭ ਤੋਂ ਵੱਧ ਇਫੈਕਟਡ ਹੁੰਦੇ ਹਨ। ਚਿਲਡਰਨ who have been injured in a gunfight or separate from their families require particular care in order to heal the mental wound of their war and begin school and restart normal life। ਕਹਿੰਦੇ ਅਗਰ ਕੋਈ ਵੀ ਇਹੋ ਜਿਹਾ ਕਨਫਲਿਕਟ ਆਉਂਦਾ ਹੈ ਤਾਂ ਸਭ ਤੋਂ ਵੱਧ ਚਿਲਡਰਨ ਅਫੈਕਟਡ ਹੁੰਦੇ ਹਨ, ਉਹਨਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਮੈਂਟਲੀ ਤੌਰ 'ਤੇ ਅਪਸੈਟ ਹੋ ਜਾਂਦੇ ਹਨ। ਉਹਨਾਂ ਦੇ ਰੀਸਟਾਰਟ ਸ਼ੁਰੂ ਤੋਂ ਨੋਰਮਲ ਲਾਈਫ ਵਿੱਚ ਵਾਪਸ ਜਾਣ ਲਈ ਇਹ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ।
4th ਹੈਗਾ ਹੈ, ਵਟ ਇਜ਼ ਦ ਥੀਮ ਆਫ ਨੈਸ਼ਨਲ ਸਾਇੰਸ ਡੇ 2022 ਦਾ। ਕਹਿੰਦੇ ਜਿਹੜਾ ਕਿ 2022 ਦੇ ਵਿੱਚ ਅਸੀਂ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ ਹੈ, ਜੋ ਸਾਇੰਸ ਦਾ ਮੇਲਾ ਮਨਾਉਂਦੇ ਆ, ਉਹ ਅਨਾਊਂਸ ਕੌਣ ਕਰਦਾ ਹੈਗਾ? ਸਾਇੰਸ ਐਂਡ ਟੈਕਨੋਲੋਜੀ ਦੇ ਮਿਨਿਸਟਰ ਦਾ ਨਾਮ ਵੀ ਯਾਦ ਰੱਖ ਲਓ ਨਾਲ, ਜਤਿੰਦਰ ਸਿੰਘ। ਅਗਰ ਤਾਂ ਨਹੀਂ ਯਾਦ ਹੁੰਦਾ, ਕੋਈ ਨਾ ਕੋਈ ਰਿਲੇਟਿਵਸ ਪੰਜਾਬ ਦੇ ਹੋ ਤਾਂ ਇਹੋ ਜਿਹੇ ਨਾਮ ਤਾਂ ਹੁੰਦੇ ਹੀ ਆ। ਕਿਸੇ ਦਾ ਰਿਲੇਟਿਵਸ ਦਾ ਨਾਮ ਜਤਿੰਦਰ ਹੋਏਗਾ, ਤੁਸੀਂ ਇਵੇਂ ਯਾਦ ਰੱਖ ਲਓ ਕਿ ਉਹ ਕੀ ਹਨ? ਸਾਇੰਸ ਅਤੇ ਟੈਕਨੋਲੋਜੀ ਮਿਨਿਸਟਰ ਹਨ। ਅਤੇ ਇਹਦੀ ਥੀਮ ਕੀ ਹੈਗੀ ਹੈ? ਉਹ ਪੁੱਛੀ ਹੈਗੀ ਹੈ, ਇੰਟੀਗ੍ਰੇਟਿਡ ਅਪਰੋਚ ਇਨ ਸਾਇੰਸ ਟੈਕਨੋਲੋਜੀ ਫॉर ਸਸਟੇਨੇਬਲ ਫਿਊਚਰ। ਖਾਲੀ ਬਲੈਂਕ ਦਿੱਤੀ ਹੈ, ਇਹਦੇ ਵਿੱਚ ਤੁਸੀਂ ਨਾਮ ਫਿਲ ਕਰਨਾ, ਥੀਮ ਕੀ ਹੈਗੀ ਹੈ। ਔਰ ਥੀਮ ਹੈਗੀ ਹੈ ਸਾਡੀ ਇੰਟੀਗ੍ਰੇਟਿਡ ਅਪਰੋਚ ਇਨ ਸਾਇੰਸ ਐਂਡ ਟੈਕਨੋਲੋਜੀ ਫॉर ਸੁਟੇਬਲ ਫਿਊਚਰ। ਕਹਿੰਦੇ ਇੰਟੀਗ੍ਰੇਟਿਡ ਮਤਲਬ ਕਿ ਅਸੀਂ ਮਿਲ ਜੁਲ ਕੇ ਅਪਰੋਚ ਦੇਣੀ ਹੈਗੀ, ਸਾਇੰਸ ਐਂਡ ਟੈਕਨੋਲੋਜੀ ਨੂੰ ਬੜਾਵਾ ਦੇਣਾ ਹੈ ਤਾਂ ਜੋ ਸਾਡਾ ਸੁਟੇਬਲ ਫਿਊਚਰ ਹੋਵੇ ਅੱਗੇ। ਨੈਸ਼ਨਲ ਸਾਇੰਸ ਡੇ ਇਜ਼ ਅਬਜ਼ਰਵ ਫਰੋਮ ਦੀ 28th of February ਟੂ ਮਾਰਕ ਦੀ ਡਿਸਕਵਰੀ ਆਫ ਰਮਨ ਇਫੈਕਟ। ਕਦੋਂ ਮਨਾਇਆ ਜਾਂਦਾ ਹੈ? ਹਮੇਸ਼ਾ 28 ਫਰਵਰੀ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਸਾਇੰਸ ਡੇ ਹੈਗਾ ਹੈ 28 ਫਰਵਰੀ। ਇੱਦਾਂ ਯਾਦ ਰੱਖ ਲਓ ਕਿ ਫਰਵਰੀ ਮਹੀਨੇ ਦੀ ਜੋ ਐਂਡ ਵਾਲੇ ਦਿਨਾਂ ਵਿੱਚ ਹੀ ਮਨਾਇਆ ਜਾਂਦਾ ਹੈ 28 ਫਰਵਰੀ ਨੂੰ। ਕਿਹੜਾ ਦਿਨ ਦੀ ਗੱਲ ਕਰ ਰਹੇ ਹਾਂ ਅਸੀਂ? ਸਾਇੰਸ ਡੇ ਦੀ ਗੱਲ ਕਰ ਰਹੇ ਹਾਂ। ਇਹ ਕਿਹੜੇ ਕਿਹਨੂੰ ਦੇਖ ਕੇ ਮਨਾਇਆ ਜਾਂਦਾ? ਰਮਨ ਇਫੈਕਟ ਦੇ ਅਕੋਰਡਿੰਗ ਇਹਨੂੰ ਮਨਾਇਆ ਜਾਂਦਾ ਹੈ। 5th ਕੁਐਸਚਨ ਹੈਗਾ ਬਿਸ ਦਾ ਤੁਸੀਂ BIS ਮਤਲਬ ਕਿ ਤੁਸੀਂ ਇਹਦੀ ਰਿਕਰੂਟਮੈਂਟਸ ਵੀ ਹੁਣ ਜੀ ਆਈਆਂ, ਫੋਰਮ ਫਿਲ ਕੀਤੇ ਹੋਣੇ ਕਾਫੀ ਜਣੇ ਨੇ। ਬਿਊਰੋ ਆਫ ਇੰਡੀਅਨ ਸਟੈਂਡਰਡਸ ਹੈਗੀ ਹੈ, ਹੈਜ਼ ਸੈਲੀਬ੍ਰੇਟਡ ਇਟਸ ਵਿਚ ਇਸਟੈਬਲਿਸ਼ਮੈਂਟ ਡੇ ਔਨ 6 ਜਨਵਰੀ 2022। ਕਹਿੰਦੇ 6 ਜਨਵਰੀ ਨੂੰ ਇਹ 2022 ਨੂੰ ਇਹ ਆਪਣਾ ਇਸਟੈਬਲਿਸ਼ਮੈਂਟ ਡੇ ਮਨਾਉਂਦੇ ਹਨ। 6 ਜਨਵਰੀ ਨੂੰ ਹੁਣ ਜੇ ਅਸੀਂ ਯਾਦ ਵੀ ਕਰਕੇ ਆਏ ਹਾਂ, ਕਿਹੜਾ ਡੇ ਮਨਾਇਆ ਜਾਂਦਾ ਹੈ? ਯਾਦ ਕਰੋ। 6 ਜਨਵਰੀ ਨੂੰ ਅਸੀਂ ਵਰਲਡ ਵਾਰ ਔਰਫਨਸ ਡੇ ਮਨਾਉਂਦੇ ਹਾਂ। ਸੋ ਇਹਦੇ ਵਿੱਚ 6 ਜਨਵਰੀ ਨੂੰ ਇੱਕ BIS ਦੀ ਜਿਹੜੀ ਹੈਗੀ ਇਸਟੈਬਲਿਸ਼ਮੈਂਟ ਨੂੰ ਸੈਲੀਬ੍ਰੇਟ ਕਰਦੇ ਆ। ਇਹਦੇ ਵਿੱਚ ਕੀ ਹੁੰਦਾ? ਐਡਰੈਸਿੰਗ ਔਨ ਦੀ ਓਕੇਜ਼ਨ ਮਿਨਿਸਟਰ ਆਫ ਕੰਜ਼ਿਊਮਰ ਅਫੇਅਰ, ਫੂਡ, ਪਬਲਿਕ ਡਿਸਟਰੀਬਿਊਟਰ ਪਿਊਸ਼ ਗੋਇਲ ਹੈਗੇ ਆ। ਇਹ ਦੋਨਾਂ ਦੇ ਮਿਨਿਸਟਰ ਹੈਗੇ ਆ, ਕੰਜ਼ਿਊਮਰ ਅਫੇਅਰਸ ਦੇ ਵੀ ਹੈਗੇ ਅਤੇ ਫੂਡ ਐਂਡ ਪਬਲਿਕ ਡਿਸਟਰੀਬਿਊਸ਼ਨ ਦੇ ਵੀ ਹੈਗੇ ਆ। ਕਹਿੰਦੇ ਆ ਕੁਆਲਿਟੀ ਇਜ਼ ਨੋਟ ਐਕਸਪੈਂਸਿਵ, ਇਟ ਇਜ਼ ਕੋਸਟ ਇਫੈਕਟਿਵ। ਹੀ ਹਾਈਲਾਈਟਸ ਫੋਰ ਦੀ BIS ਟੂ ਗਰੋ ਇਟ। ਬੇਸਿਕਲੀ ਤੁਸੀਂ ਕੀ ਯਾਦ ਰੱਖਣਾ ਇਹਦੇ ਵਿੱਚ? ਹੋਰ ਕੁਝ ਨਹੀਂ ਆਏਗਾ। BIS ਦਾ ਆਏਗਾ ਕਿ ਕੀ ਐਸਟੈਬਲਿਸ਼ਮੈਂਟ ਡੇ ਕਿੰਨਾ ਹੈਗਾ? 6 ਜਨਵਰੀ ਨੂੰ ਮਨਾਇਆ ਜਾਂਦਾ। ਕਿੰਨਵੀਂ ਹੈਗੀ? 75ਵੀਂ ਹੈਗੀ ਹੈ। 6th ਅਗਲਾ ਕੁਐਸਚਨ ਆ ਗਿਆ ਸਾਡਾ, ਦੀ ਨੋਨ ਰੈਜ਼ੀਡੈਂਟ ਇੰਡੀਅਨ ਡੇ। ਮਤਲਬ ਕਿ ਜਿਹੜੇ ਇੰਡੀਆ ਦੇ ਵਿੱਚ ਨਹੀਂ ਰਹਿੰਦੇ ਹਨ ਉਹਨਾਂ ਦੇ ਲਈ ਡੇ ਮਨਾਇਆ ਜਾਂਦਾ ਹੈ। ਔਰ ਅਸੀਂ ਉਹਨਾਂ ਨੂੰ ਕੀ ਕਹਿੰਦੇ? ਪ੍ਰਵਾਸੀ ਭਾਰਤੀय ਦਿਵਸ ਇਜ਼ ਸੈਲੀਬ੍ਰੇਟਡ ਔਨ 9th of January। 1 ਜਨਵਰੀ ਸੈਲੀਬ੍ਰੇਟ ਕੀਤੀ, ਫਿਰ ਅਸੀਂ 4 ਜਨਵਰੀ, ਫਿਰ ਅਸੀਂ 6 ਜਨਵਰੀ ਸੈਲੀਬ੍ਰੇਟ ਕੀਤੀ ਹੈ, ਫਿਰ ਅਸੀਂ 28 ਫਰਵਰੀ ਸੈਲੀਬ੍ਰੇਟ ਕੀਤੀ ਹੈ, ਹੁਣ ਅਸੀਂ ਆ ਗਏ 9 ਜਨਵਰੀ 'ਤੇ। ਇੱਕ ਤੁਸੀਂ ਸੀਰੀਜ਼ ਵਾਈਜ਼ ਯਾਦ ਰੱਖੋਗੇ ਨਾ, ਤੁਹਾਨੂੰ ਬਾਰ-ਬਾਰ ਰਿਪੀਟ ਕਰੋ, ਇਹਨਾਂ ਨੂੰ ਨੋਟ ਡਾਊਨ ਕਰ ਲਓ, ਸਕਰੀਨਸ਼ਾਟ ਲੈ ਲਓ ਅਤੇ ਬਹੁਤ ਹੀ ਜ਼ਿਆਦਾ ਕੰਫਰਟੇਬਲੀ ਤੁਸੀਂ ਸਾਰੇ ਡੇ ਯਾਦ ਰੱਖ ਲਓ। ਤੁਹਾਨੂੰ ਪਤਾ ਹੀ ਹੈ ਡੇ 'ਤੇ ਕੁਐਸਚਨ ਜ਼ਰੂਰ ਆਏਗਾ। ਨਾਇਬ ਤਹਿਸੀਲਦਾਰ ਤਾਂ ਸਾਰਾ ਹੈ ਹੀ, GK GS 'ਤੇ ਬੇਸ ਹੈਗਾ ਹੈ। ਸੋ ਯਾਦ ਰੱਖੋ ਇਹਨਾਂ ਚੀਜ਼ਾਂ ਨੂੰ। 9th ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ? ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ। ਨੋਟ ਇਹਦੇ ਵਿੱਚ ਕੀ ਕਰਨ ਵਾਲੀ ਗੱਲ ਹੈ? ਦੀ ਏਮ ਆਫ ਦਿਸ ਇਵੈਂਟ ਇਜ਼ ਟੂ ਸਟਰੈਂਥਨ ਦੀ ਇੰਗੇਜਮੈਂਟ ਆਫ ਓਵਰਸੀਜ਼ ਇੰਡੀਅਨ ਕਮਿਊਨਿਟੀ ਵਿਦ ਦੀ ਗਵਰਨਮੈਂਟ ਆਫ ਇੰਡੀਆ ਐਂਡ ਰੀਕਨੈਕਟ ਦੈਮ ਵਿਦ ਦੇਅਰ ਰੂਟਸ। ਕਹਿੰਦੇ ਕਿ ਜਿਹੜੇ ਬਾਹਰਲੇ ਹੈਗੇ ਆ ਓਵਰਸੀਜ਼ ਮਤਲਬ ਕਿ ਜੋ ਬਾਹਰਲੇ ਵਿਅਕਤੀ ਇੱਥੇ ਆ ਕੇ ਰੈਜ਼ੀਡੈਂਟ ਨਹੀਂ ਹਨ, ਜਿਹੜੇ ਹਜੇ ਤੱਕ ਪਰ ਪ੍ਰਵਾਸੀ ਹਨ, ਉਹ ਆਏ ਨੇ, ਉਹਨਾਂ ਦੇ ਲਈ ਮਨਾਇਆ ਜਾਂਦਾ ਹੈਗਾ। ਔਨ 9th ਜਨਵਰੀ 1915 ਦੀ ਗੱਲ ਕਰੀਏ ਜੇ, ਮਹਾਤਮਾ ਗਾਂਧੀ ਕੇਮ ਟੂ ਇੰਡੀਆ ਫਰੋਮ ਸਾਊਥ ਅਫਰੀਕਾ ਐਂਡ ਬਿਕੇਮ ਦੀ ਗ੍ਰੇਟੈਸਟ ਪ੍ਰਵਾਸੀ ਹੂ ਲੈਡ ਇੰਡੀਅਨ ਫਰੀਡਮ ਸਟਰਗਲ ਐਂਡ ਮੇਡ ਇੰਡੀਆ ਫਰੀ ਫਰੋਮ ਬ੍ਰਿਟਿਸ਼ ਔਰ ਕੋਲੋਨੀਅਲ ਰੂਲ। ਇੱਕ ਪੁਰਾਣੇ ਉਹਨਾਂ ਨੇ ਗੱਲ ਕੀਤੀ ਹੈ ਕਿ ਅਗਰ ਭਾਰਤੀ ਪ੍ਰਵਾਸੀ ਦਿਵਸ ਸ਼ੁਰੂ 'ਚ ਕਦੋਂ ਮਨਾਇਆ ਗਿਆ ਹੋਏਗਾ? ਇਹ 9 ਜਨਵਰੀ 1915 ਵਿੱਚ ਜਦੋਂ ਮਹਾਤਮਾ ਗਾਂਧੀ ਜੀ ਦੀ ਗੱਲ ਕਰ ਰਹੇ ਆ, ਜਦੋਂ ਸਾਊਥ ਅਫਰੀਕਾ ਤੋਂ ਆਪਣੇ ਭਾਰਤ ਵਾਪਸ ਆਏ ਹਨ, ਉਹਨਾਂ ਨੇ ਇੱਕ ਇੰਡੀਅਨ ਫਰੀਡਮ ਸਟਰਗਲ ਸਟਾਰਟ ਕੀਤਾ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਜੋ ਇੰਡੀਆ ਨੂੰ ਫਰੀ ਕੀਤਾ ਸੀ ਬ੍ਰਿਟਿਸ਼ ਕੋਲੋਨੀਅਲ ਰੂਲ ਤੋਂ, ਉਸ ਦੇ ਰਿਗਾਰਡਿੰਗ ਇਹ ਮਨਾਇਆ ਜਾਂਦਾ ਹੈ। ਐਜ਼ ਏ ਨੋਨ ਰੈਜ਼ੀਡੈਂਟ ਇੰਡੀਅਨ ਔਰ ਪ੍ਰਵਾਸੀ, ਹੀ ਇਜ਼ ਪ੍ਰੈਜੈਂਟਡ ਐਜ਼ ਅ ਸਿੰਬਲ ਆਫ ਚਾਰਜ ਐਂਡ ਚੇਂਜ ਐਂਡ ਡਿਵੈਲਪ ਦੀ ਦੈਟ ਥੋਟ ਬ੍ਰਿੰਗ ਇਨ ਟੂ ਇੰਡੀਆ। 7th ਹੈਗਾ ਹੈ, ਵਰਲਡ ਹਿੰਦੀ ਡੇ ਔਰ ਵਿਸ਼ਵ ਹਿੰਦੀ ਦਿਵਸ ਇਜ਼ ਸੈਲੀਬ੍ਰੇਟਡ ਐਵਰੀ ਈਅਰ ਔਨ ਵਿਚ ਡੇਟ। ਹਿੰਦੀ ਡੇ ਜਿਹੜਾ ਕਦੋਂ ਮਨਾਇਆ ਜਾਂਦਾ ਹੈ? 10 ਜਨਵਰੀ ਨੂੰ ਮਨਾਇਆ ਜਾਂਦਾ। ਤੁਸੀਂ ਨਾ ਐਵੇਂ ਯਾਦ ਰੱਖ ਲਓ। ਹਿੰਦੀ ਦਿਵਸ ਪੁੱਛਣਗੇ ਕਿੰਨੀ ਤਰੀਕ ਨੂੰ? 10 ਜਨਵਰੀ ਨੂੰ। ਇਟ ਇਜ਼ ਸੈਲੀਬ੍ਰੇਟਡ ਅਕਰੋਸ ਦੀ ਵਰਲਡ ਟੂ ਪ੍ਰਮੋਟ ਦੀ ਯੂਜ਼ ਆਫ ਹਿੰਦੀ ਲੈਂਗੁਏਜ। ਇਹ ਕਿਉਂ ਮਨਾਇਆ ਜਾਂਦਾ? ਹਿੰਦੀ ਲੈਂਗੁਏਜ ਨੂੰ ਬੜਾਵਾ ਦੇਣ ਲਈ। ਦੀ ਫਸਟ ਵਰਲਡ ਹਿੰਦੀ ਕਾਨਫਰੰਸ ਵਾਜ਼ ਹੈਲਡ ਇਨ ਨਾਗਪੁਰ ਔਨ January 10, 1975। ਸੋ ਫਸਟ ਟਾਈਮ ਕਦੋਂ ਮਨਾਇਆ ਗਿਆ? 1975 ਵਿੱਚ ਮਨਾਇਆ ਗਿਆ। ਨਾਗਪੁਰ ਦੇ ਵਿੱਚ ਕਾਨਫਰੰਸ ਲਗਾਈ ਗਈ ਹੈ। ਫਸਟ ਵਰਲਡ ਸੈਲੀਬ੍ਰੇਟਡ
ਫਸਟ ਵਰਲਡ ਪੂਰੇ ਦੁਨੀਆ ਦੇ ਵਿੱਚ ਕਦੋਂ ਮਨਾਇਆ ਗਿਆ? 2006 ਦੇ ਵਿੱਚ ਮਨਾਇਆ ਗਿਆ। ਹੁਣ ਅਗਲਾ ਕੁਐਸਚਨ ਆ ਗਿਆ, ਨੈਸ਼ਨਲ ਯੂਥ ਡੇ ਇਜ਼ ਸੈਲੀਬਰੇਟ ਐਵਰੀ ਔਨ ਵਿਚ ਡੇਟ? 12 ਜਨਵਰੀ। ਇਹ ਬਹੁਤ ਹੀ ਜ਼ਿਆਦਾ ਰਿਪੀਟਡ ਕੁਐਸਚਨ ਹੈ। ਨੈਸ਼ਨਲੀ ਤੌਰ 'ਤੇ ਯੂਥ ਡੇ ਕਦੋਂ ਮਨਾਇਆ ਜਾਂਦਾ ਹੈਗਾ ਹੈ? 12 ਜਨਵਰੀ ਨੂੰ। ਦੀ ਮੇਨ ਏਮ ਬਿਹਾਈਂਡ ਦਿਸ ਇਜ਼ ਟੂ ਮੇਕ ਇਨਸ਼ੋਰ ਦੈਟ ਦੀ ਸਟੂਡੈਂਟਸ ਅਕਰੋਸ ਦੀ country can be encouraged to learn about the life, the ideas, the philosophy of Swami Vivekanand and apply them in their lives। ਜੋ ਸਾਡਾ ਯੂਥ ਹੈਗਾ ਉਹਨੂੰ ਮੋਟੀਵੇਟ ਕਰਨਾ, ਉਹ ਅੱਗੇ ਆਪਣੀ ਲਾਈਫ 'ਚ ਕੀ ਕਰਨ ਆਈਡੀਆਸ ਦੇ ਨੇ ਉਹ ਸਾਰੇ ਇਹਦੇ ਵਿੱਚ ਕਵਰ ਕੀਤੇ ਗਏ ਨੇ। ਸਵਾਮੀ ਵਿਵੇਕਾਨੰਦ ਥੋਟਸ ਫਿਲੋਸਫੀ ਨੂੰ ਵੀ ਫੋਲੋ ਕੀਤਾ ਗਿਆ ਇਸ ਵਿੱਚ। ਜਿਹੜਾ ਇਸ ਵਾਰ ਦਾ ਨੈਸ਼ਨਲ ਯੂਥ ਡੇ ਦਾ 2022 ਦਾ ਥੀਮ ਕੀ ਸੀ? ਦੈਟਸ ਇਟਸ ਆਲ ਇਨ ਦੀ ਮਾਈਂਡ। ਤੁਸੀਂ ਥੀਮਸ ਜ਼ਰੂਰ ਯਾਦ ਰੱਖਣੇ ਹਨ। ਜਿਹੜੇ ਲੈਂਥ 'ਚ ਬਹੁਤ ਛੋਟੇ ਥੀਮਸ ਨੇ ਬਹੁਤ ਵਾਰ ਪੁੱਛ ਲਏ ਜਾਂਦੇ ਹਨ। ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ, ਜਿਹੜਾ ਨੈਸ਼ਨਲ ਯੂਥ ਡੇ 2022 ਦਾ ਹੈਗਾ ਇਹਦਾ ਥੀਮ ਕੀ ਹੈ? ਦੈਟ ਇਜ਼ ਇਟਸ ਆਲ ਇਨ ਦਾ ਮਾਈਂਡ। ਇਨ 2022 ਵੀ ਆਰ ਅਬਜ਼ਰਵ ਕਿੰਨਵਾਂ ਸੀ ਸਵਾਮੀ ਵਿਵੇਕਾਨੰਦ ਦਾ ਬਰਥਡੇ ਮਨਾ ਰਹੇ ਹਾਂ? ਦੈਟ ਇਜ਼ 159 160 ਤੋਂ ਇੱਕ ਘੱਟ ਅਸੀਂ ਇਨ੍ਹਾਂ ਬਰਥਡੇ ਐਨੀਵਰਸਰੀ ਮਨਾ ਰਹੇ ਹਾਂ ਸਵਾਮੀ ਵਿਵੇਕਾਨੰਦ ਜੀ। ਇਹਨਾਂ ਦੀ ਐਨੀਵਰਸਰੀ ਤੋਂ ਹੀ ਅਸੀਂ ਆਪਣਾ ਜਿਹੜਾ ਨੈਸ਼ਨਲ ਯੂਥ ਡੇ ਸੈਲੀਬ੍ਰੇਟ ਕਰਦੇ ਹਾਂ। ਅਗਲਾ ਆ ਗਿਆ ਆਰਮਡ ਫੋਰਸਿਸ ਵੈਟਰਨਰੀਜ਼ ਡੇਜ਼ ਕਦੋਂ ਮਨਾਇਆ ਜਾਂਦਾ ਹੈ? 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਕਿਉਂ ਮਨਾਇਆ ਜਾਂਦਾ ਹੈ? ਦੀ ਡੇ ਏਮਸ ਟੂ ਐਕਨੋਮਲਿਜ ਐਂਡ ਓਨਰ ਦੀ ਸੈਲਫਲੈਸ ਡਿਵੋਸ਼ਨ ਐਂਡ ਦੀ ਸੈਕਰੀਫਾਈਸ ਆਫ ਆਰ ਵੈਟਰਨਸ ਇਨ ਸਰਵਿਸ ਆਫ ਨੇਸ਼ਨ। ਇਹਦੇ ਵਿੱਚ ਇਹੀ ਹੈ ਕਿ ਜਿਹੜੇ ਇਹ ਫੌਜੀ ਸਨ, ਜਿਹੜੇ ਆਰਮੀ ਸਨ, ਜੋ ਵੀ ਆਪਣੇ ਦੇਸ਼ ਦੇ ਲਈ ਕੁਰਬਾਨੀਆਂ ਕਰਦੇ ਹਨ, ਉਹਨਾਂ ਦੇ ਰਿਗਾਰਡਿੰਗ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਟ ਇਜ਼ ਅਬਜ਼ਰਵਡ ਐਜ਼ ਏ ਮਾਰਕ ਆਫ ਰਿਸਪੈਕਟ ਐਂਡ ਰਿਕੋਗਨਾਈਜੇਸ਼ਨ ਦੀ ਸਰਵਿਸ rendered by the Field Marshal K.M. Kirpal OBE, the first Indian Commander-in-Chief of Indian Armed Forces who retired on 14 ਜਨਵਰੀ 1953 ਦੇ ਵਿੱਚ। ਬੇਸਿਕਲੀ ਇਹਦੀ ਹਿਸਟਰੀ ਜ਼ਿਆਦਾ ਇੰਨੀ ਨਹੀਂ ਆਏਗੀ ਡੀਪਲੀ, ਲੇਕਿਨ ਫਿਰ ਵੀ ਅਗਰ ਤੁਸੀਂ ਯਾਦ ਰੱਖਣੀ ਹੈ ਰੱਖ ਲਓ ਕਿ 14 ਜਨਵਰੀ ਨੂੰ ਕਮਾਂਡਰ ਇਨ ਚੀਫ ਜਿਹੜੇ ਸਨ ਉਹ ਰਿਟਾਇਰ ਹੋਏ ਸਨ ਅਤੇ ਉਹਨਾਂ ਦੇ ਰਿਗਾਰਡਿੰਗ ਇਹ ਡੇਮ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਗਲਾ ਆ ਗਿਆ ਸਾਡਾ ਇੰਪੋਰਟੈਂਟ ਨਿਊਜ਼ ਸਟੇਟ ਦੇ ਬਾਰੇ। ਹੁਣ ਤੱਕ ਅਸੀਂ ਇੰਪੋਰਟੈਂਟ ਦਿਨ ਯਾਦ ਕੀਤੇ ਹਨ। ਅਗਰ ਤੁਸੀਂ ਮੇਰੇ ਨਾਲ ਉੱਪਰ ਤੁਹਾਨੂੰ ਮੈਂ ਫਿਰ ਇੱਕ ਵਾਰ ਰਿਪੀਟ ਕਰ ਦਿੰਦੀ ਹਾਂ ਬਿਕੋਜ਼ ਯਾਦ ਭੁੱਲਣੇ ਨਹੀਂ ਚਾਹੀਦੇ ਹਨ। ਅਗਰ ਤੁਸੀਂ ਵੀਡੀਓ ਦੇਖੀ ਹੈ, ਅਗਰ ਤੁਸੀਂ ਆਪਣਾ ਟਾਈਮ ਇੰਨਾ ਖ਼ਰਾਬ ਕੀਤਾ ਹੈ, ਖ਼ਰਾਬ ਨਹੀਂ ਹੋਣਾ ਚਾਹੀਦਾ, ਯੂਟੀਲਾਈਜ਼ ਕਰੋ ਇਸ ਟਾਈਮ ਨੂੰ। ਅਗਰ ਤੁਸੀਂ ਵੀਡੀਓ ਦੇਖੀ ਹੈ ਤੁਹਾਨੂੰ ਇਸੇ ਵਕਤ ਹੀ ਯਾਦ ਹੋ ਜਾਂਦਾ, ਦੁਬਾਰਾ ਦੇਖਣ ਦੀ ਤੁਹਾਨੂੰ ਲੋੜ ਹੀ ਨਾ ਪਵੇ। ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ, 1 ਜਨਵਰੀ ਨੂੰ ਕੀ ਮਨਾਇਆ ਗਿਆ? DRDO ਦਾ ਫਾਊਂਡੇਸ਼ਨ ਡੇ। 64th ਫਾਊਂਡੇਸ਼ਨ ਡੇ ਮਨਾਇਆ ਗਿਆ ਹੈ। 4th ਜਨਵਰੀ ਨੂੰ 4th of ਜਨਵਰੀ ਨੂੰ ਵਰਲਡ ਬਰੇਲੀ ਡੇ ਮਨਾਇਆ ਗਿਆ ਹੈ। ਐਂਡ ਵਰਲਡ ਡੇ ਆਫ ਵਾਰਡ ਔਰਫਨਸ 6 ਜਨਵਰੀ ਨੂੰ ਮਨਾਇਆ ਗਿਆ ਹੈ। ਨੈਕਸਟ ਹੈਗਾ ਸਾਡਾ ਨੈਸ਼ਨਲ ਸਾਇੰਸ ਡੇ 2022 ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ? 28 ਫਰਵਰੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਹਦਾ ਕੀ ਸਾਡਾ ਥੀਮ ਕੀ ਸੀ ਇਸ ਵਾਰ ਦਾ? ਸਾਇੰਸ ਐਂਡ ਟੈਕਨੋਲੋਜੀ ਫॉर ਸੁਟੇਬਲ ਫਿਊਚਰ। ਔਰ 5th ਨੰਬਰ ਨਿਊਜ਼ ਹੈਗੀ ਬਿਸਤਾ ਫਾਊਂਡੇਸ਼ਨ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? 6 ਜਨਵਰੀ ਨੂੰ ਸੈਲੀਬ੍ਰੇਟ ਕੀਤਾ ਗਿਆ। 75ਵਾਂ ਸੈਲੀਬ੍ਰੇਟ ਕੀਤਾ ਗਿਆ। ਨੋ ਰੈਜ਼ੀਡੈਂਟ ਇੰਡੀਅਨ ਡੇ ਦੈਟ ਇਜ਼ ਪ੍ਰਵਾਸੀ ਭਾਰਤੀ ਦਿਵਸ ਕਦੋਂ ਮਨਾਇਆ ਗਿਆ? 9 ਜਨਵਰੀ ਨੂੰ ਮਨਾਇਆ ਜਾਂਦਾ ਹੈ। ਔਰ ਮਹਾਤਮਾ ਗਾਂਧੀ ਦੇ ਨਾਲ ਰਿਲੇਟ ਕਰ ਲੈਣਾ ਤੁਸੀਂ 1915 ਦੇ ਵਿੱਚ ਜਿਹੜਾ ਸੀ। ਐਂਡ ਵਰਲਡ ਡੇ ਹਿੰਦੀ ਡੇ ਜਾਂ ਫਿਰ ਵਿਸ਼ਵ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ? 10 ਜਨਵਰੀ ਨੂੰ ਮਨਾਇਆ ਜਾਂਦਾ ਹੈ। ਨੈਸ਼ਨਲ ਯੂਥ ਡੇ ਕਦੋਂ ਮਨਾਇਆ ਜਾਂਦਾ? 12 ਜਨਵਰੀ ਨੂੰ। ਸਵਾਮੀ ਵਿਵੇਕਾਨੰਦ ਜੀ ਦੀ ਬਰਥ ਸੈਲੀਬ੍ਰੇਟ 159 ਸੀ। ਔਰ ਇਹਦੀ ਥੀਮ ਕੀ? ਇਟਸ ਆਲ ਇਨ ਦੀ ਮਾਈਂਡ। ਆਰਮਡ ਫੋਰਸਿਸ ਵੈਟਰਨਸ ਡੇ ਕਦੋਂ ਮਨਾਇਆ ਜਾਂਦਾ? 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਹੁਣ ਅਸੀਂ ਸਟੇਟ ਦੀ ਨਿਊਜ਼ ਪੜ੍ਹਾਂਗੇ, ਬਹੁਤ ਹੀ ਇੰਟਰਸਟਿੰਗ ਹੁੰਦੀਆਂ ਨੇ ਸਟੇਟ ਦੀ ਨਿਊਜ਼। ਮੈਂ ਤੁਹਾਨੂੰ ਟ੍ਰਿਕਸ ਦੇ ਨਾਲ ਸਮਝਾਵਾਂਗੀ। ਸਭ ਤੋਂ ਪਹਿਲੀ ਨਿਊਜ਼ ਹੈਗੀ ਹੈ ਜਵਾਹਰ ਲਾਲ ਨਹਿਰੂ ਰੋਡ ਇਨ ਵਿਚ ਸਟੇਟ ਹੈਜ਼ ਬੀਨ ਰੀਨੇਮਡ ਐਜ਼ ਨਰਿੰਦਰ ਮੋਦੀ ਮਾਰਕ। ਕਹਿੰਦੇ ਕਿ ਜਿਹੜਾ ਜਵਾਹਰ ਲਾਲ ਨਹਿਰੂ ਰੋਡ ਪਹਿਲਾਂ ਹੁੰਦਾ ਸੀ, ਠੀਕ ਹੈ, ਜਵਾਹਰ ਲਾਲ ਨਹਿਰੂ ਜੀ ਦੇ ਨਾਮ 'ਤੇ ਸੀ, ਲੇਕਿਨ ਇਹਦਾ ਰੀਨੇਮ ਕੀਤਾ ਗਿਆ ਨਰਿੰਦਰ ਮੋਦੀ ਜੀ ਦੇ ਨਾਮ 'ਤੇ ਰੱਖਿਆ ਗਿਆ। ਕਿੱਥੋਂ ਦਾ ਰੋਡ ਹੈਗਾ? ਇਹ ਸਿੱਕਮ ਦਾ ਹੈਗਾ। ਦੀ ਓਲਡ ਰੂਟ ਸੀਗੀ, ਪਹਿਲਾਂ ਇਹਨਾਂ ਦਾ ਨਾਮ ਸੀ ਜਵਾਹਰ ਲਾਲ ਨਹਿਰੂ ਜੀ ਦਾ। ਦੀ ਅਲਟਰਨੇਟਿਵ ਡਬਲ ਲਾਈਨ ਰੋਡ ਐਟ 51 ਕੇ ਕੋਸਲਾ ਗ੍ਰਾਮ ਪੰਚਾਇਤ ਯੂਨਿਟ। ਇਹ ਨਾਮ ਯਾਦ ਕਰਨ ਦੀ ਲੋੜ ਨਹੀਂ ਹੈ। ਕਿੰਨਾ ਕਿਲੋਮੀਟਰ ਹੈ? 19.51 ਕਿਲੋਮੀਟਰ ਹੈਗਾ। ਸੋ ਇਹ ਤਾਂ ਤੁਸੀਂ ਯਾਦ ਰੱਖ ਲੈਣਾ। ਮੇਨਲੀ ਕੀ ਸੀ ਨਿਊਜ਼ ਇਹਦੇ ਵਿੱਚ ਪੜ੍ਹਿਆ ਕਿ ਜਵਾਹਰ ਲਾਲ ਨਹਿਰੂ ਦਾ ਰੋਡ ਦਾ ਨਾਮ ਚੇਂਜ ਕਰਕੇ ਨਰਿੰਦਰ ਮੋਦੀ ਮਾਰਗ ਰੱਖਿਆ ਗਿਆ, ਸਿੱਕਮ ਦਾ ਹੈਗਾ ਹੈ। ਸੈਕਿੰਡ ਨਿਊਜ਼ ਹੈਗੀ ਵਿਚ ਸਟੇਟ ਗੌਰਮੈਂਟ ਹੈਜ਼ ਸਾਈਨ MOU ਵਿਦ ਦੀ ਨੈਚੁਰਲ ਗੈਸ ਫਰਮ ਗੇਲ ਫॉर ਕੋਆਪਰੇਸ਼ਨ ਇਨ ਪ੍ਰੋਡਕਸ਼ਨ ਆਫ ਇਕੋ ਫਰੈਂਡਲੀ ਫਿਊਲਸ ਇਨ ਦੀ ਸਟੇਟ। ਕਹਿੰਦੇ ਕਿ ਕਿਹੜੀ MOU ਸਾਈਨ ਕੀਤਾ ਗਿਆ ਹੈਗਾ ਹੈ ਨੈਚੁਰਲ ਗੈਸਿਸ ਦਾ
ਔਰ ਕਿਹੜੀ ਸਟੇਟ ਦੇ ਨਾਲ ਸਾਈਨ ਹੋਇਆ? ਉੜੀਸਾ ਦੇ ਨਾਲ ਸਾਈਨ ਹੋਇਆ। ਕਿਉਂ ਸਾਈਨ ਹੋਇਆ? ਉੜੀਸਾ ਦੇ ਵਿੱਚ ਉਹਨਾਂ ਨੇ ਕਹਿੰਦੇ ਆ ਕਿ ਨੈਚੁਰਲ ਗੈਸਿਸ ਨੂੰ ਉਹਨਾਂ ਨੂੰ ਬੜਾਵਾ ਦੇਣਾ ਚਾਹੁੰਦੇ ਆ। ਦੀ ਐਗਰੀਮੈਂਟ ਸਾਈਨ ਬਾਈ ਦੀ ਪਬਲਿਕ ਸੈਕਟਰ ਯੂਨਿਟ ਐਂਡ ਦੀ ਇੰਡਸਟਰੀ ਪ੍ਰਮੋਸ਼ਨ ਐਂਡ ਇਨਵੈਸਟਮੈਂਟ ਕੋਪਰੇਸ਼ਨ ਆਫ ਉੜੀਸਾ ਇਨ ਭੁਵਨੇਸ਼ਵਰ। ਉੜੀਸਾ ਦੇ ਭੁਵਨੇਸ਼ਵਰ ਵਿੱਚ ਇਹ ਸਾਈਨ ਕੀਤਾ ਗਿਆ ਐਕਟ। MOU ਮਤਲਬ ਹੁੰਦਾ ਮੋਮੋਰੈਂਡਮ ਆਫ ਅੰਡਰਸਟੈਂਡਿੰਗ, ਮਤਲਬ ਕਿ ਇੱਕ ਸਾਈਨ ਕਰਦੇ ਟਰੀਟੀ ਕਰਦੇ ਨੇ ਇੱਕ ਹਿਸਾਬ ਦੀ। ਇਹ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਦੇ ਪਿੱਛੇ? ਟੂ ਪ੍ਰੀਪੇਅਰ ਏ ਫਿਜ਼ੀਬਿਲਿਟੀ ਸਟੱਡੀ ਫॉर ਸੈਟਿੰਗ ਅਪ ਪਲਾਂਟਸ ਇਨ ਏਰੀਆਸ ਆਫ ਗ੍ਰੀਨ ਹਾਈਡਰੋਜਨ, ਗ੍ਰੀਨ ਅਮੋਨੀਆ ਐਂਡ ਰੀਨਿਊਏਬਲ ਐਨਰਜੀ ਇਨ ਲਾਈਕ ਸੋਲਰ ਐਂਡ ਵਿੰਡ। ਮਤਲਬ ਕਿ ਇੱਕ ਇਨਵਾਇਰਮੈਂਟ ਨੂੰ ਬਚਾਉਣ ਦਾ ਇੱਕ ਤਰੀਕਾ ਹੀ ਹੈ। ਸੋ ਕਿੱਥੋਂ ਦੀ ਹੈਗੀ ਹੈ? ਉੜੀਸਾ ਦੀ ਹੈਗੀ ਹੈ ਨਿਊਜ਼। ਅੱਗੇ ਹੈਗਾ ਦੀ ਕੋਪਾਲ ਟੋਏ ਕਲਸਟਰ, KTC। ਇੱਕ ਵਾਰ ਫਿਰ वो ਰਿਪੀਟ ਕਰਦੀ ਹਾਂ, ਦੀ ਕੋਪਾਲ ਟੋਏ ਕਲਸਟਰ ਦੀ ਫਸਟ ਸਚ ਇਨਫਰਾਸਟਰਕਚਰ ਇਨ ਕੰਟਰੀ ਵਿਲ ਬੀ ਆਪਰੇਸ਼ਨਲ ਇਨ ਮਾਰਚ 2022 ਇਨ ਵਿਚ ਸਟੇਟ। ਅਗਰ ਤੁਹਾਨੂੰ ਕੋਈ ਖਿਡੌਣੇ ਖਿਡਾਉਣੇ ਬਾਰੇ ਗੱਲ ਆਏ ਨਾ ਕਿ ਕੋਪਾਲ ਟੋਏ ਕਲਸਟਰ ਇਹ ਕਿੱਥੋਂ ਦੀ, ਯਾਦ ਰੱਖ ਲੈਣੀ ਤਾਮਿਲਨਾਡੂ, ਜਿਹੜਾ ਕਿ ਬਹੁਤ ਹੀ ਦੂਰ ਹੈ, ਸ਼੍ਰੀਲੰਕਾ ਦੇ ਲਾਗੇ ਜਾ ਕੇ ਜਾ ਕੇ ਉੱਥੇ ਤਾਮਿਲਨਾਡੂ ਦੇ ਨਾਲ ਰੇਟ ਕਰ ਦੇਣੀ ਹੈ। ਉੱਥੇ ਦਾ ਇਨਫਰਾਸਟਰਕਚਰ ਹੈਗਾ ਜਿਹੜਾ ਕਿ ਮਾਰਚ 2022 ਦੇ ਵਿੱਚ ਆਪਰੇਸ਼ਨ ਵਿੱਚ ਆ ਜਾਏਗਾ। KTC ਇਜ਼ ਬੀਇੰਗ ਸੈਟਅਪ ਬਾਈ ਦੀ, ਕਿੰਨੇ ਸੈਟਅਪ ਕੀਤੀ ਹੈ? ਦੈਟ ਇਜ਼ ਐਕਵਸ ਇਨਫਰਾ ਨੇ ਸੈਟ ਕੀਤੀ ਹੈ, ਜਿਹੜੇ ਹੈਗੇ ਆ ਗਰੁੱਪ ਆਫ ਕੰਪਨੀ ਆਫ ਬੈਲਾਗਾਵੇ ਬੇਸਡ ਹੈਗੇ ਆ। 6 ਟੋਏ ਐਂਡ ਟੋਏ ਕੰਪੋਨੈਂਟ ਮੇਕਰਸ ਹੈਵ ਸਾਈਨ MOU ਵਿਦ ਦੀ ਐਕਵਾ ਇਨਫਰਾ ਵਾਈਲ ਅਨਦਰ 3 ਪਲੇਅਰਸ ਇਨਕਲੂਡਿੰਗ ਵਿਸ਼ਵਾ। ਤੁਸੀਂ ਇਹ ਸਾਰਾ ਛੱਡ ਦਿਓ, ਕੁਛ ਨਹੀਂ ਆਏਗਾ ਐਵੇਂ ਦਾ। 4th ਕੁਐਸਚਨ ਹੈਗਾ ਚਿਲਕਾ ਲੇਜ਼ ਇਜ਼ ਲੋਕੇਟਡ ਇਨ ਵਿਚ ਸਟੇਟ। ਬਹੁਤ ਵਾਰ ਰਿਪੀਟਡ ਕੁਐਸਚਨ ਹੈ, ਤੁਸੀਂ ਦੇਖ ਲਓ ਪ੍ਰੀਵੀਅਸ ਈਅਰ ਕਿਸੇ ਵੀ PPSC ਨੇ ਜੋ ਕੰਡਕਟ ਕਰਵਾਇਆ ਬਹੁਤ ਵਾਰ ਪੁੱਛਿਆ ਗਿਆ ਹੈ। ਮੈਂ ਤੁਹਾਨੂੰ ਜਿਹੜੀ ਦੂਸਰੀ ਸੀਰੀਜ਼ ਨੇਪ ਤਹਿਸੀਲਦਾਰ ਦੀ ਸਪੈਸ਼ਲੀ ਮੈਂ ਹੁਣੀ ਸਟਾਰਟ ਕੀਤੀ ਹੈ, ਉਹਦੇ ਵਿੱਚ ਵੀ ਇਹ ਬਹੁਤ ਵਾਰ ਮੈਂ ਰਿਪੀਟ ਕੀਤਾ ਹੈ ਕੁਐਸਚਨ। ਚਿਲਕਾ ਲੇਕ ਜਿਹੜੀ ਹੈਗੀ ਆ ਉਹ ਕਿੱਥੋਂ ਦੀ ਹੈਗੀ ਆ? ਉੜੀਸਾ ਦੀ ਹੈਗੀ ਹੈ, ਜਿਹਦੇ ਵਿੱਚ ਕੀ ਹੁੰਦਾ ਹੈ ਵੇਅਰ ਏ ਵਰਡ ਸੈਂਸਿਸ ਹੈਜ਼ ਬੀਨ ਕੰਡਕਟਡ ਰਿਸੈਂਟਲੀ। ਹੁਣ ਜੀ ਵਰਡ ਸੈਂਸਿਸ ਰਿਸੈਂਟਲੀ ਕੰਡਕਟ ਕੀਤੀ ਹੈ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ। ਚਿਲਕਾ ਲੇਕ ਦੇ ਬਾਰੇ ਗੱਲ ਕਰੀਏ, ਚਿਲਕਾ ਇਜ਼ ਲਾਰਜੈਸਟ ਬ੍ਰੈਕਿਸ਼ ਵਾਟਰ ਲੇਕ। ਕਿੱਦਾਂ ਦੀ ਹੈਗੀ ਹੈ? ਬ੍ਰੈਕਿਸ਼ ਖਾਰੇ ਪਾਣੀ ਦੀ ਲੇਕ ਹੈਗੀ ਹੈ। ਔਰ ਵਰਡ ਕੇਮ ਟੂ ਦੀ ਲੇਕ ਟੂ ਸਪੈਂਡ ਦੇਅਰ ਵਿੰਟਰਸ ਐਂਡ ਵਿੰਟਰ ਸਪੈਂਡ ਕਰਨ ਲਈ ਆਉਂਦੇ ਹਨ। 106 ਪਰਸਨਲ ਵਰ ਡਿਪਲੋਇਡ ਇਨ ਦੀ ਸਰਵੇ ਐਂਡ ਦਿਸ ਇੰਕਲੂਡ ਵਰਡ ਐਕਸਪਰਟ ਫਰੋਮ ਨੋਨ ਗਵਰਨਮੈਂਟ ਆਰਗੇਨਾਈਜੇਸ਼ਨ ਗਵਰਨਮੈਂਟ ਆਰਗੇਨਾਈਜੇਸ਼ਨ। ਸੋ ਛੱਡੋ ਇਹਨਾਂ ਨੂੰ। 5th ਹੈਗਾ ਇੰਡੀਆ ਫਸਟ ਓਪਨ ਰੋਕ ਮਿਊਜ਼ੀਅਮ ਵਾਸ ਇਨੋਗ੍ਰੇਟਡ ਇਨ ਵਿਚ ਸਿਟੀ। ਪਹਿਲੀ ਵਾਰ ਜਿਹੜਾ ਰੋਕ ਦਾ ਮਿਊਜ਼ੀਅਮ ਕਿੱਥੇ ਇਸਟੈਬਲਿਸ਼ ਕੀਤਾ ਗਿਆ? ਹੈਦਰਾਬਾਦ ਦੇ ਵਿੱਚ। ਦੀ ਓਪਨ ਰੋਕ ਮਿਊਜ਼ੀਅਮ ਸੈਟਅਪ ਵਿਦ ਦੀ ਏਮ ਟੂ ਐਜੂਕੇਟ ਐਂਡ ਇਨਲਾਈਟਨ ਦੀ ਮਾਸਿਸ ਅਬਾਊਟ ਦੀ ਸੈਵਰਲ ਲੈਸਰ ਨਾਊਨ ਇਫੈਕਟ ਐਂਡ ਡਿਸਪਲੇ ਅਰਾਊਂਡ 35 ਡਿਫਰੈਂਟ ਟਾਈਪਸ ਆਫ ਰੋਕਸ। ਇਹਦੇ ਵਿੱਚ ਮਿਊਜ਼ੀਅਮ ਹੈ, ਮਿਊਜ਼ੀਅਮ ਦੇ ਵਿੱਚ ਰੋਕਸ ਦੇ ਬਾਰੇ ਜਾਣਕਾਰੀ ਦੇਣਗੇ, ਉਹਦੇ ਬਾਰੇ ਦੱਸਿਆ ਕਿ ਸਭ ਕੁਝ ਜਾਣਕਾਰੀ ਦੇਣੀ। ਤੁਸੀਂ ਸਿਰਫ ਇੰਨਾ ਯਾਦ ਰੱਖਣਾ ਕਿੱਥੇ ਓਪਨ ਕੀਤਾ ਹੈ, ਇਹ ਹੈਦਰਾਬਾਦ ਵਿੱਚ ਓਪਨ ਕੀਤਾ ਗਿਆ ਹੈ। ਅੱਗੇ ਪੜ੍ਹ ਲੈਂਦੇ ਹਾਂ। ਦੀਜ਼ ਰੋਕਸ ਆਲਸੋ ਰਿਪਰੈਜ਼ੈਂਟ ਦੀ ਡੀਪੈਸਟ ਪਾਰਟ ਆਫ ਦੀ ਅਰਥ। ਕਹਿੰਦੇ ਕਿ ਇਹ ਰੋਕਸ ਵਿੱਚ ਇਹ ਵੀ ਦੱਸਦੇ ਨੇ ਕਿ ਡੀਪੈਸਟ ਪਾਰਟ ਕਿੱਦਾਂ ਦੇ ਹੈ ਅਰਥ ਵਿੱਚ। 175 ਕਿਲੋਮੀਟਰ ਆਫ ਡਿਸਟੈਂਸ ਫਰੋਮ ਦੀ ਸਰਫੇਸ ਆਫ ਦੀ ਅਰਥ ਬਾਰੇ ਜਾਣਕਾਰੀ ਦਿੱਤੀ ਹੈ। ਅੱਗੇ ਹੈਗਾ ICAR ਸ਼ੂਗਰ ਕੇਨ ਬਰੀਡਿੰਗ ਇੰਸਟੀਚਿਊਟ। ਕਿੱਥੇ ਹੈਗਾ? SBI ਵੀ ਇਹਨੂੰ ਕਹਿ ਦਿੰਦੇ ICAR। SBI ਬੈਂਕ ਦੀ ਗੱਲ ਨਹੀਂ ਕਰ ਰਹੇ, ਅਸੀਂ ਇੰਸਟੀਚਿਊਟ ਦੀ ਗੱਲ ਕਰ ਰਹੇ ਹਾਂ। ICAR ਸ਼ੂਗਰ ਕੇਨ ਬਰੀਡਿੰਗ ਇੰਸਟੀਚਿਊਟ ਇਜ਼ ਲੋਕੇਟਡ ਇਨ ਵਿਚ ਸਟੇਟ। ਅਗਰ ਤੁਸੀਂ ਇੰਡਸਟਰੀ ਇੰਸਟੀਚਿਊਟ ਹੈਗਾ ਕਿੱਥੋਂ ਦਾ ਹੈਗਾ? ਇਹ ਤਾਮਿਲਨਾਡੂ ਦਾ ਹੈਗਾ। ਇੰਟਰਵੈਂਸ਼ਨ ਬਾਈ ਇੰਸਟੀਚਿਊਟ ਫॉर ਇੰਪਲੀਮੈਂਟਿੰਗ STC was finalized based on semantic need assessment by the conduct of focus group two tribes। ਇਹਦੇ ਵਿੱਚ ਸ਼ਾਮਿਲ ਹੈਗੇ that is ਮਾਲਾਸਾਰ ਐਂਡ ਮਲਾਈ ਮਾਲਾਸਾਰ। ਤੁਸੀਂ ਇਹਨਾਂ ਦੇ ਨਾਮ ਯਾਦ ਰੱਖਣੇ ਨੇ ਕਿ ਕੀ ਟਰਾਈਬਸ ਦੇ ਨਾਮ ਹੈਗੇ, ਕਿੱਥੋਂ ਦੀਆਂ ਹੈਗੀਆਂ? ਤਾਮਿਲਨਾਡੂ ਦੀਆਂ ਹੈਗੀਆਂ ਮਾਲਾਸਾਰ ਅਤੇ ਮਲਾਈ ਮਾਲਾਸਾਰ। ਟਰਾਈਬਸ ਜਿਹੜੀਆਂ ਬਿਲੋਂਗ ਕਰਦੀਆਂ ਨਾਗਰਾਥੂ ਓਲਡ, ਤੁਸੀਂ ਯਾਦ ਕਰ ਲਓ। ਇਹ ਸਿਰਫ ਇੰਨਾ ਹੀ ਆਏਗਾ ਕਿ ਇੰਸਟੀਚਿਊਟ ਕਿੱਥੇ ਹੈਗਾ? ਤਾਮਿਲਨਾਡੂ ਵਿੱਚ ਹੈਗਾ। ਕਿਹੜੀਆਂ ਟਰਾਈਬਸ ਹੈਗੀਆਂ? which state stood first in the country in the list of highest number of open defecation free। ਕਿਹੜੀ ਜਿਹੜੀ ਸਟੇਟ ਹੈਗੀ ਆ ਪਹਿਲੇ ਨੰਬਰ 'ਤੇ ਆਉਂਦੀ ਹੈ ਲਿਸਟ ਵਿੱਚ, ਜਿਹੜੇ ਕਿ ਪਹਿਲੇ ਨੰਬਰ 'ਤੇ ਹਾਈਐਸਟ ਨੰਬਰ ਓਪਨ ਫ੍ਰੀ ਡੈਫੀਕੇਸ਼ਨ ਫ੍ਰੀ ਹੈਗੀ ਹੈ। ਵਿਲੇਜਸ ਨੂੰ ਸਵੱਛ ਭਾਰਤ ਅਭਿਆਨ ਚਲਾਇਆ ਨਾ, ਉਹਦੇ ਅੰਡਰ ਹੀ ਹੈ ਕਿ ਅਸੀਂ ਓਪਨ ਡੈਫੀਕੇਸ਼ਨ ਨੂੰ ਫ੍ਰੀ ਕਰਨਾ ਹੈਗਾ ਇਸ ਸਟੇਟ ਨੂੰ। ਕਿਹੜੀ ਹੈਗੀ ਹੈ? ਤੇਲੰਗਾਨਾ ਪਹਿਲੇ ਨੰਬਰ 'ਤੇ ਹੈਗੀ ਹੈ। 31 ਦਸੰਬਰ 2021 ਦਾ ਡਾਟਾ ਹੈਗਾ। ਸੋ ਬਾਕੀ ਇਹਦੇ ਵਿੱਚ ਤੇਲੰਗਾਨਾ ਆਈ ਹੈ, ਇਸ ਤੋਂ ਬਾਅਦ ਤਾਮਿਲਨਾਡੂ ਹੈਗਾ, ਉਸ ਤੋਂ ਬਾਅਦ ਕਰਨਾਟਕਾ ਹੈਗਾ, ਗੁਜਰਾਤ ਦੀ 17ਵੀਂ ਪੋਜੀਸ਼ਨ ਹੈਗੀ ਹੈ। ਸਿਰਫ ਤੁਸੀਂ ਫਸਟ ਯਾਦ ਰੱਖ ਲਓ ਦੈਟ ਇਜ਼ ਤੇਲੰਗਾਨਾ। 8th ਨਿਊਜ਼ ਹੈਗੀ ਹੈ ਵਿਚ ਸਟੇਟ ਬਿਕਮਸ ਦੀ ਫਸਟ ਸਟੇਟ ਇਨ ਦੀ ਕੰਟਰੀ ਟੂ ਬਿਕਮ ਏ ਸਮੋਕ ਫ੍ਰੀ ਸਟੇਟ ਅੰਦਰ ਉਜਵਲਾ ਯੋਜਨਾ। ਉਜਵਲਾ ਯੋਜਨਾ ਦੇ ਅਧੀਨ ਸਮੋਕ ਫ੍ਰੀ ਸਟੇਟ ਕਿਹੜੀ ਬਣੀ ਹੈ? ਦੈਟ ਇਜ਼ ਹਿਮਾਚਲ ਪ੍ਰਦੇਸ਼।
ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ, ਸਮੋਕ ਫਰੀ ਅੰਡਰ ਕਿਹੜੀ ਉਜਵਲਾ ਯੋਜਨਾ ਦੇ ਅੰਡਰ ਕਿਹੜੀ ਸਟੇਟ ਹੈਗੀ ਹੈ, ਦੈਟ ਇਜ਼ ਹਿਮਾਚਲ ਪ੍ਰਦੇਸ਼। ਉਜਵਲਾ ਯੋਜਨਾ ਵਾਸ ਸਟਾਰਟਡ ਕਿਹਨੇ ਕੀਤੀ ਸੀ, ਸੈਂਟਰਲ ਗੌਰਮੈਂਟ ਨੇ ਕੀਤੀ ਸੀ, ਬਿਕੋਜ਼ ਮੂਵਮੈਂਟਸ ਆਫ ਕੰਟਰੀ ਫੋਰਮ ਇੰਡਰ ਪੋਲਿਊਸ਼ਨ। ਇਹਦੇ ਸਕੀਮ ਦੇ ਅੰਦਰ ਸਿਲੰਡਰ ਵੀ ਮਿਲੇ ਹੋਣਗੇ ਪੰਜਾਬ ਵਾਲਿਆਂ ਨੂੰ, ਉਹੀ ਯੋਜਨਾ ਹੈਗੀ ਹੈ। ਅਲੋਂਗ ਵਿਦ ਦੀ ਹਿਮਾਚਲ ਗੌਰਮੈਂਟ ਆਲਸੋ ਸਟਾਰਟਡ ਦੀ ਗ੍ਰਹਿਣੀ ਸੁਵਿਧਾ ਯੋਜਨਾ। ਗ੍ਰਹਿਣੀ ਸੁਵਿਧਾ ਯੋਜਨਾ ਵੀ ਇਹਨਾਂ ਨੇ ਸਟਾਰਟ ਕੀਤੀ ਹੈ ਹਿਮਾਚਲ ਵਾਲਿਆਂ ਨੇ, ਜਿਹਦੇ ਕਿ ਵੂਮੈਨਸ ਲਈ ਸਪੈਸ਼ਲੀ ਸੀ। 9th ਹੈਗਾ 5 ਡੇ ਨੈਸ਼ਨਲ ਯੂਥ ਫੈਸਟੀਵਲ। ਹੁਣ ਜੀ ਅਸੀਂ ਕੀ ਯਾਦ ਕਰਕੇ ਆਏ ਕਿ ਅਸੀਂ ਯੂਥ ਫੈਸਟੀਵਲ ਦੇ ਬਾਰੇ ਹੀ ਗੱਲ ਕੀਤੀ ਆ। ਉਹਦੇ ਬਾਰੇ ਹੀ ਇੱਕ ਫਿਰ ਨਿਊਜ਼ ਹੈਗੀ ਹੈ ਕਿ 5 ਡੇ ਨੈਸ਼ਨਲ ਯੂਥ ਫੈਸਟੀਵਲ ਕਿੱਥੇ ਮਨਾਇਆ ਗਿਆ, ਕਿਹੜੀ ਸਟੇਟ ਔਰ ਯੂਟੀ ਦੇ ਵਿੱਚ, ਦੈਟ ਇਜ਼ ਪੁਡੂਚੇਰੀ ਵਿੱਚ। ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ, ਪੁਡੂਚੇਰੀ ਦੇ ਵਿੱਚ ਕੀ ਕੀਤਾ ਗਿਆ, ਨੈਸ਼ਨਲ ਯੂਥ ਫੈਸਟੀਵਲ ਮਨਾਇਆ ਗਿਆ ਹੈ। ਨੈਸ਼ਨਲ ਯੂਥ ਫੈਸਟੀਵਲ ਵਿਲ ਬੀ ਸੈਲੀਬਰੇਟ ਟੂ ਹੈਲਡ, ਕਿਉਂ ਮਨਾਇਆ ਗਿਆ, 159th ਐਨੀਵਰਸਰੀ ਸੀ ਸਪਿਰਿਚੁਅਲ ਲੀਡਰ ਕੌਣ ਦੀ, ਸਵਾਮੀ ਵਿਵੇਕਾਨੰਦ ਦੀ। ਔਰ ਤੁਸੀਂ ਹੁਣ ਜੀ ਅਸੀਂ ਪੜ੍ਹ ਕੇ ਹਟੇ ਆ ਨਾ ਕਿ 12 ਜਨਵਰੀ ਨੂੰ ਮਨਾਇਆ ਜਾਂਦਾ ਹੈ, ਉਹ ਵੀ ਡੇਟ ਤੁਸੀਂ ਨਾਲ ਹੀ ਯਾਦ ਰੱਖ ਲੈਣੀ ਹੈ। 5 ਡੇ ਤੱਕ ਸੈਲੀਬਰੇਟ ਕੀਤਾ ਗਿਆ ਯੂਟੀ ਦੇ ਵਿੱਚ, ਦੈਟ ਇਜ਼ ਪੁਡੂਚੇਰੀ ਵਿੱਚ। ਦੀ ਫੈਸਟੀਵਲ ਏਮਸ ਟੂ ਇਕੇਟ, ਮੋਟੀਵੇਟ, ਯੂਨਾਈਟ ਐਂਡ ਐਕਟੀਵੇਟ ਦੀ ਯੂਥ ਆਫ ਦੀ ਇੰਡੀਆ ਟੂਵਰਡਸ ਦੀ ਨੇਸ਼ਨ। ਯੂਥ ਨੂੰ ਅਸੀਂ ਸਮਝਾਉਣ ਦੇ ਲਈ ਹੀ ਡੇ ਮਨਾਇਆ ਜਾਂਦਾ ਹੈ। 10th ਹੈਗਾ ਦੀ 9th ਐਡੀਸ਼ਨ ਆਫ ਦੀ ਨੌਰਥ ਈਸਟ ਫੈਸਟੀਵਲ ਵਾਸ ਹੈਡ ਇਨ ਵਿਚ ਸਿਟੀ ਆਫ ਨੌਰਥ ਈਸਟ ਰੀਜਨ। ਕਹਿੰਦੇ ਕਿ 9ਵਾਂ ਐਡੀਸ਼ਨ ਮਨਾਇਆ ਗਿਆ ਨੌਰਥ ਅਤੇ ਈਸਟ ਦੇ ਫੈਸਟੀਵਲ ਦਾ। ਕਿੱਥੇ ਮਨਾਇਆ ਗਿਆ, ਨੌਰਥ ਈਸਟ ਮਤਲਬ ਨੌਰਥ ਈਸਟ ਵਾਲੀ ਸਟੇਟ ਹੋਣੀ ਹੈ ਕੋਈ, ਇਹ ਹੈਗੀ ਹੈ ਸਾਡੀ ਗੁਵਾਹਾਟੀ। ਦੀ ਫੈਸਟੀਵਲ ਏਮ ਟੂ ਪ੍ਰਮੋਟ ਐਂਡ ਹਾਈਲਾਈਟ ਦੀ ਕਮਰਸ਼ੀਅਲ ਟੂਰਿਜ਼ਮ ਪੋਟੈਂਸ਼ੀਅਲ ਆਫ ਨੌਰਥ ਈਸਟ ਰੀਜਨ ਬਾਰੇ ਦੱਸਿਆ ਗਿਆ। ਇਹਦੇ ਵਿੱਚ ਜਿੱਦਾਂ ਦਾ ਨਾਮ ਹੈ ਉੱਦਾਂ ਦਾ ਹੀ ਫੈਸਟੀਵਲ ਦੇ ਵਿੱਚ ਹੋਏਗਾ ਕਿ ਨੌਰਥ ਈਸਟ ਦੇ ਕਲਚਰ ਬਾਰੇ ਗੱਲ ਕੀਤੀ ਜਾਏਗੀ, ਔਰ ਉੱਥੇ ਦੇ ਬਿਜ਼ਨਸ, ਇਕਨੋਮਿਕ, ਸੋਸ਼ੋ ਪੋਲੀਟੀਕਲ ਇਸ਼ੂਜ਼ ਬਾਰੇ ਵੀ ਗੱਲ ਕੀਤੀ ਗਈ ਹੈ। ਅਗਲਾ 11th ਸਾਡਾ ਕੁਐਸ਼ਨ ਹੈਗਾ ਹੈ, ਵਿਚ ਸਟੇਟ ਗੌਰਮੈਂਟ ਹੈਜ਼ ਅਨਾਊਂਸਡ ਦੈਟ ਏ ਮਿਨੀ ਓਲੰਪਿਕ ਵਿਲ ਬੀ ਔਰਗਨਾਈਜ਼ਡ ਇਨ ਔਰਡਰ ਟੂ ਪ੍ਰਮੋਟ ਐਂਡ ਇਨਕਰੇਜ ਓਲੰਪਿਕ ਸਪੋਰਟਸ ਅਮੰਗ ਦੀ ਯੂਥ। ਅਗਰ ਮਹਾਰਾਸ਼ਟਰ ਦੇ ਵਿੱਚ ਕੀਤੀ ਗਈ ਹੈ ਮਿਨੀ ਓਲੰਪਿਕਸ, ਕਿੱਥੇ ਸ਼ੁਰੂ ਕੀਤੀਆਂ ਗਈਆਂ, ਮਹਾਰਾਸ਼ਟਰ ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ ਹੈ। ਐਂਡ ਕੰਪੀਟੀਸ਼ਨ ਵਿਲ ਬੀ ਅਰੇਂਜਡ 1 ਮਈ ਤੋਂ ਸ਼ੁਰੂ ਹੋ ਜਾਏਗਾ, ਜਿਹੜੇ ਕਿ ਮਹਾਰਾਸ਼ਟਰ ਦਾ ਦਿਵਸ ਵੀ ਮਨਾਇਆ ਜਾਂਦਾ ਹੈ। ਔਰ ਈਵੈਂਟ ਵਿਲ ਨੂੰ ਕੀ ਕਿਹਾ ਜਾਂਦਾ, ਮਹਾਰਾਸ਼ਟਰ ਸਟੇਟ ਓਲੰਪਿਕ ਕੰਪੀਟੀਸ਼ਨ ਵੀ ਕਿਹਾ ਜਾਂਦਾ ਹੈ। ਓਲੰਪਿਕ ਵਿਜ਼ਨ ਡਾਕੂਮੈਂਟ ਵੀ ਪ੍ਰੀਪੇਅਰ ਕੀਤੇ ਜਾਂਦੇ ਹਨ ਫੋਰ ਨੈਕਸਟ ਈਅਰਸ ਦੀ ਗੱਲ ਕੀਤੀ ਹੈ। ਔਰ ਅਗਲੀ ਨਿਊਜ਼ ਹੈਗੀ ਆ 12 ਨੰਬਰ, ਦੈਟ ਇਜ਼ ਵਨ ਬਿਹਾਰ ਨੈਸ਼ਨਲ ਪਾਰਕ ਐਂਡ ਜ਼ੂ ਲੋਕੇਟਡ ਇਨ ਵਿਚ ਸਟੇਟ। ਕਿਹੜਾ ਨਾਮ ਹੈਗਾ ਨੈਸ਼ਨਲ ਪਾਰਕ ਦਾ, ਵਨ ਵਿਹਾਰ ਨੈਸ਼ਨਲ ਪਾਰਕ ਐਂਡ ਜ਼ੂ ਕਿੱਥੇ ਸਥਿਤ ਹੈਗੀ ਹੈ, ਅਤੇ ਇੰਡੀਅਨ ਓਲਡੈਸਟ ਸਲੂਥ ਬੀਅਰ ਨੇਮਡ ਐਜ਼ ਗੁਲਾਬੋ ਪਾਸਟ ਅਵੇ ਰਿਸੈਂਟਲੀ। ਔਰ ਉੱਥੇ ਦਾ ਕੀ ਹੈਗਾ ਕਿ ਜਿਹੜਾ ਸਲੂਥ ਬੀਅਰ ਹੈਗਾ ਗੁਲਾਬੋ, ਜਿਹਦਾ ਨਾਮ ਹੈਗਾ ਉਹ ਮਤਲਬ ਕਿ ਉਹਦੀ ਪਾਸ ਅਵੇ ਕਿੱਥੇ ਹੈਗਾ, ਮੱਧ ਪ੍ਰਦੇਸ਼ ਦੇ ਵਿੱਚ। ਵਨ ਵਿਹਾਰ ਇੱਦਾਂ ਯਾਦ ਕਰ ਲਓ ਕਿ ਵਨ ਬਹੁਤ ਹੀ ਜ਼ਿਆਦਾ ਕਿੱਥੇ ਪਾਇਆ ਜਾਂਦਾ ਹੈ, ਜੰਗਲਾਂ ਦੀ ਡਾਇਨੈਸਟੀ ਸਭ ਤੋਂ ਵੱਧ ਕਿੱਥੇ ਹੈਗੀ ਹੈ, ਦੈਟ ਇਜ਼ ਮੱਧ ਪ੍ਰਦੇਸ਼ ਵਿੱਚ, ਅਤੇ ਨੈਸ਼ਨਲ ਪਾਰਕ ਵੀ ਕਿੱਥੇ ਹੈ, ਮੱਧ ਪ੍ਰਦੇਸ਼ ਵਿੱਚ ਹੈਗਾ। ਇੰਡੀਆਜ਼ ਓਲਡੈਸਟ ਸਲੋਥ ਬੀਅਰ ਨੇਮ ਜਿਹਦਾ ਗੁਲਾਬੋ ਨਾਮ ਸੀ, ਪਾਸਟ ਅਵੇ ਦੀ ਵਨ ਵਿਹਾਰ ਨੈਸ਼ਨਲ ਪਾਰਕ ਜ਼ੂ ਭੋਪਾਲ ਮੱਧ ਪ੍ਰਦੇਸ਼ ਵਿੱਚ ਹੈਗਾ। ਐਂਡ ਓਲਡੈਸਟ ਸੀ, ਇਹ ਅਸੀਂ ਪਹਿਲੇ ਮੈਂਸ਼ਨ ਕਰ ਦਿੱਤਾ ਹੈ। ਐਂਡ ਇਹਦੇ ਵਿੱਚੋਂ ਹੋਰ ਕੁਛ ਯਾਦ ਕਰਨ ਵਾਲੀ ਗੱਲ ਨਹੀਂ ਹੈ। ਦੀ ਰਿਪੋਰਟ ਇਜ਼ ਪਬਲਿਸ਼ਡ ਬਾਈ, ਕਿਹਨੇ ਪਬਲਿਸ਼ ਕੀਤੀ ਹੈ ਰਿਪੋਰਟ, FCI, ਸੋਰੀ 30 ਨੰਬਰ ਨਿਊਜ਼ ਸਕਿਪ ਹੋ ਗਈ, ਸੋਰੀ। ਅਕੋਰਡਿੰਗ ਟੂ ਬੈਨੀਅਲ ਇੰਡੀਅਨ ਸਟੇਟ ਆਫ ਫੋਰੈਸਟ ਰਿਪੋਰਟਸ, ISFR 2021 ਦੀ ਰਿਪੋਰਟ ਹੈਗੀ, ਹੈਜ਼ ਦੀ ਲਾਰਜੈਸਟ ਫੋਰੈਸਟ ਕਵਰ ਇਨ ਦੀ ਕੰਟਰੀ ਮੱਧ ਪ੍ਰਦੇਸ਼। ਹੁਣ ਜੀ ਤੁਹਾਡੇ ਨਾਲ ਡਿਸਕਸ ਕੀਤਾ ਹੈ ਕਿ ਸਭ ਤੋਂ ਵੱਧ ਫੋਰੈਸਟ ਕਵਰ ਕਿੱਥੇ ਹੈਗਾ, ਮੱਧ ਪ੍ਰਦੇਸ਼ ਦੇ ਵਿੱਚ ਹੈਗਾ। ਕਿਹਦੀ ਰਿਪੋਰਟ ਕੌਣ ਜਾਰੀ ਕਰਦਾ ਹੈਗਾ, FCI ਜਾਰੀ ਕਰਦਾ, ਦੈਟ ਇਜ਼ ਫੋਰੈਸਟ ਸਰਵੇ ਆਫ ਇੰਡੀਆ। ਫਸਟ ਟਾਈਮ ਇਹ ਰਿਪੋਰਟ ਕਦੋਂ ਐਸਟੈਬਲਿਸ਼ ਕੀਤੀ ਗਈ, 1987 ਦੇ ਵਿੱਚ। ਅਗਲਾ ਹੈਗਾ ਕਚਾਈ ਲੈਮਨ ਫੈਸਟੀਵਲ ਕਿੱਥੇ ਸੈਲੀਬ੍ਰੇਟ ਕੀਤਾ, ਮਨੀਪੁਰ ਦੇ ਵਿੱਚ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਲਿਖ ਕੇ ਲੈ ਲਓ, ਇਹ ਕੁਐਸਚਨ ਆਏਗਾ ਹੀ ਆਏਗਾ। ਕਚਾਈ ਲੈਮਨ ਕਿੱਥੋਂ ਦਾ ਹੈਗਾ, ਮਨੀਪੁਰ ਦਾ ਹੈਗਾ। ਥੀਮ ਕੀ ਹੈਗੀ ਇਸ ਵਾਰ ਦੀ, ਦੈਟ ਇਜ਼ ਔਰਗੈਨਿਕ ਕਚਾਈ ਲੈਮਨ ਫॉर ਸੇਵ ਇਨਵਾਇਰਮੈਂਟ ਐਂਡ ਰੂਰਲ ਟਰਾਂਸਫੋਰਮੇਸ਼ਨ। ਔਰਗੈਨਿਕ ਕਚਾਈ ਲੈਮਨ ਫॉर ਸੇਵ ਇਨਵਾਇਰਮੈਂਟ ਐਂਡ ਰੂਰਲ ਟਰਾਂਸਫੋਰਮੇਸ਼ਨ। ਕਚਾਈ ਲੈਮਨ ਹੈਜ਼ ਬੀਨ ਰਿਕਾਰਡਡ GI ਟੈਗ ਵੀ ਮਿਲਿਆ ਹੈਗਾ। ਔਰ ਕਚਾਈ ਵਿਲੇਜ ਹੈਗਾ, ਦੈਟ ਇਜ਼ ਉਖਰੁਲ ਡਿਸਟ੍ਰਿਕਟ ਹੈਗਾ ਮਨੀਪੁਰ ਦਾ। 15 ਨੰਬਰ ਹੈਗੇ, ਵਿਚ ਸਟੇਟ ਹੈਜ਼ ਟੋਪ ਦੀ ਮੈਡਲ ਚਾਰਟ ਐਂਡ ਰਿਸੈਂਟਲੀ ਕਨਕਲੂਡਡ ਇੰਡੀਆ ਸਕਿੱਲ 2021 ਦੇ ਨੈਸ਼ਨਲ ਕੰਪੀਟੀਸ਼ਨ ਵਿੱਚ। ਔਰ ਕਿਹੜੀ ਸਟੇਟ ਨੇ ਟੋਪ ਕੀਤਾ ਹੈਗਾ 2021 ਦੀ ਇੰਡੀਆ ਦੀ ਸਕਿੱਲ ਦੇ ਰਿਗਾਰਡਿੰਗ, ਉੜੀਸਾ ਨੇ ਟੋਪ ਕੀਤਾ ਹੈਗਾ। ਦੀ ਇਵੈਂਟ ਵਾਸ ਔਰਗਨਾਈਜ਼ ਇਨ ਨਿਊ ਦਿੱਲੀ ਬਾਈ ਦੀ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਕੀਤਾ ਗਿਆ ਹੈ। ਔਰ ਬਾਕੀ ਕੁਛ ਯਾਦ ਰੱਖਣ ਦੀ ਲੋੜ ਨਹੀਂ ਹੈ, ਬਸ ਇਹ ਕਿ 150 ਵਿਨਰ ਸਨ। ਗੋਲਡ ਮੈਡਲਸ ਵੀ ਦਿੱਤੇ ਗਏ ਹਨ, ਜਿਹਦੇ ਵਿੱਚ ਕੈਸ਼ ਪ੍ਰਾਈਜ਼ ਕਿੰਨਾ 1 ਲੱਖ ਤੱਕ ਦਿੱਤਾ ਗਿਆ ਹੈ। ਯਾਦ ਰੱਖਣਾ ਹੈ ਕੌਣ ਜਿੱਤੀ ਹੈ, ਦੈਟ ਇਜ਼ ਉੜੀਸਾ ਸਟੇਟ ਜਿੱਤੀ ਹੈ। ਵਿਚ ਸਟੇਟ ਐਂਡ UT ਹੈਜ਼ ਸਾਈਨ MOU ਵਿਦ UAE ਪਾਇਨੀਅਰ ਫਾਈਨੈਂਸ਼ੀਅਲ ਸਰਵਿਸ ਕੰਪਨੀ Century Financial that invests $100
ਮਿਲੀਅਨ ਡੋਨਰਸ ਇਨ ਦੀ ਸਟੇਟ। ਜੰਮੂ ਕਸ਼ਮੀਰ ਦੇ ਵਿੱਚ ਹੀ ਜਿਹੜੀ MOU ਸਾਈਨ ਕੀਤਾ ਹੈ ਕਿ ਉਹ ਇੱਥੇ ਇਨਵੈਸਟ ਕਰਨਗੇ ਪੈਸਾ, ਜਿੱਥੇ ਕੀ ਕਰਨਗੇ 3 ਹੋਟਲਸ ਅਤੇ 1 ਕਮਰਸ਼ੀਅਲ ਰੈਜ਼ੀਡੈਂਸ਼ੀਅਲ ਕੰਪਲੈਕਸ ਓਪਨ ਕਰਨਗੇ। ਔਰ ਜਿਹੜਾ ਓਨਰ ਹੈਗਾ ਸੈਂਚੁਰੀ ਫਾਈਨੈਂਸ਼ੀਅਲ ਸ਼੍ਰੀ ਬਲਕ੍ਰਿਸ਼ਨ ਇਜ਼ ਓਰੀਜਨਲੀ ਏ ਨੇਟਿਵ ਆਫ ਦੀ ਡੋਡਾ ਡਿਸਟ੍ਰਿਕਟ ਆਫ ਜੰਮੂ ਐਂਡ ਕਸ਼ਮੀਰ। ਉਹਨਾਂ ਦੇ ਦੁਆਰਾ MOU ਸਾਈਨ ਕੀਤਾ ਗਿਆ ਹੈ। ਔਰ ਇੱਥੇ ਸਾਡਾ ਲੈਕਚਰ ਅੱਜ ਦਾ ਖ਼ਤਮ ਹੁੰਦਾ ਹੈ। ਹੋਪਫੁਲੀ ਤੁਹਾਨੂੰ ਪਸੰਦ ਆਇਆ ਹੋਏਗਾ। ਸੋ ਅਸੀਂ ਬੇਸਿਕਲੀ ਸਾਰੇ ਦੇ ਸਾਰੇ ਕਰੰਟ ਅਫੇਅਰ ਰਿਪੀਟ ਕਰਾਂਗੇ ਔਰ ਹੋਪਫੁਲੀ ਤੁਹਾਨੂੰ ਪਸੰਦ ਆਇਆ ਹੋਏਗਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਪੰਜਾਬ ਵਾਲੇ ਸਟੂਡੈਂਟ ਲਈ ਇੱਕ ਨਵੀਂ ਪਹਿਲ ਹੈ, ਚੈਨਲ ਨੂੰ ਸਪੋਰਟ ਜ਼ਰੂਰ ਕਰੋ। ਥੈਂਕ ਯੂ।